ਤੇ ਜਿਹੜਾ ਗੁਰੂ ਸਰੂਪ ਧਾਰਨ ਕੀਤੇ ਨੇ, ਨਿਰਗੁਣ ਤੇ ਸਰਗੁਣ ਥੀਆ, ਉਹ ਵੀ ਤੇ ਪਰਮੇਸ਼ਰ ਰੂਪ ਹੀ ਨੇ। ਜਿਹੜਾ ਗੁਰੂ ਪਰਮੇਸ਼ਰ ਦੇ ਵੀ ਸ਼ਰਨ ਰੂਪੀ ਪੱਲੇ ਦੇ ਨਾਲ ਲੱਗ ਜਾਂਦਾ ਹੈ ਤੇ ਉਹਨੂੰ ਵੀ ਬੰਨ ਕੇ ਅੱਗੇ ਨਹੀਂ ਗੁਰੂ ਮਹਾਰਾਜ ਦਿੰਦੇ। 10ਵੇਂ ਪਾਤਸ਼ਾਹ ਦੇ ਸਮੇਂ ਵੀ ਇਹ ਸਾਖੀ ਆਉਂਦੀ ਹੈ। ਕੇਸ਼ੋ ਦਾਸ ਵਰਗੇ ਪੰਡਤ, ਭਾਈ ਨੰਦ ਲਾਲ ਜੀ ਵਰਗੇ ਮਹਾਨ ਆਲਮ ਫਾਜ਼ਲ, ਔਰ ਉਹਨਾਂ ਨੂੰ ਵੀ ਔਰੰਗਜ਼ੇਬ ਜ਼ਬਰਦਸਤੀ ਮੁਸਲਮਾਨ ਬਣਾਇਆ ਚਾਹੁੰਦਾ ਸੀ। ਔਰ ਉਹਨਾਂ ਨੇ ਸੋਚਿਆ ਵੀ ਸਾਡੇ ਲਈ ਸੁਰੱਖਿਅਤ ਥਾਂ ਕਿਹੜੀ ਹੋ ਸਕਦੀ ਹੈ। ਤੇ ਫਿਰ ਉਹਨਾਂ ਨੂੰ ਪਤਾ ਲੱਗਿਆ ਇੱਕ ਅਨੰਦਪੁਰ ਸਾਹਿਬ ਹੀ ਐਸੀ ਧਰਤੀ ਹੈ ਜਿੱਥੇ ਸਾਡੀ ਜਾਨ ਤੇ ਧਰਮ ਦੀ ਰੱਖਿਆ ਦੀ ਗਰੰਟੀ ਹੋ ਸਕਦੀ ਹੈ। ਤੇ ਬਹੁਤ ਸਾਰੇ ਐਸੇ ਧਰਮੀ ਲੋਕ ਆਪਣੇ ਧਰਮ ਦੀ ਰੱਖਿਆ ਵਾਸਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆਏ। ਜਦੋਂ ਔਰੰਗਜ਼ੇਬ ਨੂੰ ਇਸ ਗੱਲ ਦਾ ਪਤਾ ਲੱਗਿਆ ਤੇ ਉਹਨੇ ਗੁਰੂ ਮਹਾਰਾਜ ਦੇ ਕੋਲ ਸੰਦੇਸ਼ ਭੇਜੇ। ਕਹਿਣ ਲੱਗਾ, ਤੁਸੀਂ ਸਾਡੇ ਬਾਗੀਆਂ ਨੂੰ ਤੇ ਭਗੌੜਿਆਂ ਨੂੰ ਆਪਣੇ ਪਾਸ ਰੱਖਦੇ ਹੋ। ਜੇ ਤੁਸੀਂ ਆਪਣੀ ਭਲਾਈ ਚਾਹੁੰਦੇ ਹੋ, ਇਹਨਾਂ ਸਾਰੇ ਬੰਦਿਆਂ ਨੂੰ ਮੇਰੇ ਹਵਾਲੇ ਕਰ ਦਿਓ, ਤੇ ਵਰਨਾ ਮੈਂ ਇਹਦਾ ਗੰਭੀਰ ਨੋਟਿਸ ਲੈ ਸਕਦਾ ਹਾਂ। ਨਾਲ ਧਮਕੀ ਵੀ ਦਿੱਤੀ, ਜਿਵੇਂ ਸਰਕਾਰਾਂ ਅਕਸਰ ਕਰਦੀਆਂ ਨੇ। ਕਲਗੀਧਰ ਪਾਤਸ਼ਾਹ ਨੇ ਉਸ ਵੇਲੇ 20 ਰਸ ਦੇ ਵਿੱਚ ਆ ਕੇ ਔਰੰਗਜ਼ੇਬ ਨੂੰ ਜਵਾਬ ਦਿੱਤਾ। ਜਫਰਨਾਮਾ ਪੜ੍ਹ ਕੇ ਦੇਖ ਸਕਦੇ ਹੋ। ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਔਰੰਗਜ਼ੇਬ ਤੇਰੇ ਮਨ ਦੇ ਵਿੱਚ ਕੋਈ ਭੁਲੇਖਾ ਨਾ ਰਹਿ ਜਾਵੇ। ਜਿੰਨੇ ਬੰਦੇ ਸਾਡੇ ਕੋਲ ਆਏ ਨੇ, ਇਹ ਆਪਣੇ ਧਰਮ ਤੇ ਜਾਨ ਦੀ ਰੱਖਿਆ ਦੀ ਖਾਤਰ ਆਏ ਨੇ। ਸਾਡਾ ਇਹ ਪ੍ਰਣ ਹੈ, ਸਾਡੇ ਪਿਤਾ ਸਤਿਗੁਰੂ ਦਾ ਬਚਨ ਹੈ। ਤੇਗ ਬਹਾਦਰ ਬੋਲਿਆ, ਤਰ ਪਈਐ ਧਰਮ ਨਹਿ ਛੋਡੀਐ, ਬਾਹੇ ਜਿਨ੍ਹਾਂ ਦੀ ਪਕੜੀਐ, ਸਿਰ ਦੀਜੈ ਬਾਹੇ ਨਾ ਛੋੜੀਐ। ਸਾਡੇ ਪਿਤਾ ਨੇ ਵੀ ਧਰਮੀ ਲੋਕਾਂ ਦੀ, ਧਰਮੀ ਹਿੰਦੂਆਂ ਦੀ ਬਾਹ ਫੜੀ ਤੇ ਉਹਨਾਂ ਨੇ ਸ਼ਹਾਦਤ ਦੇ ਦਿੱਤੀ, ਪਰ ਬਾਹ ਨਹੀਂ ਛੱਡੀ, ਬਚਨ ਪੂਰੇ ਕੀਤੇ। ਹੁਣ ਜਿਹੜੇ ਧਰਮੀ ਲੋਕ ਸਾਡੇ ਕੋਲ ਆਏ ਨੇ, ਅਸੀਂ ਉਹਨਾਂ ਦੀ ਰੱਖਿਆ ਦੀ ਗਰੰਟੀ ਲਈ ਹੋਈ ਹੈ। ਜੇ ਤੈਨੂੰ ਸ਼ੱਕ ਹੈ, ਸਾਡੇ ਪਿਤਾ ਤੇ ਸ਼ਾਂਤ ਸਰੂਪ ਸਨ, ਤੇ ਤੂੰ ਹੁਣ ਜਿਵੇਂ ਵੀ ਚਾਹੁੰਦਾ ਤੇ ਸਾਡੇ ਕੋਲ ਆ, ਤੇ ਆਪਣੇ ਜਿਹੜੇ ਤੇਰੇ ਭਗੌੜੇ ਕੈਦੀ ਨੇ, ਬਾਗੀ ਨੇ, ਤੇ ਉਹਨਾਂ ਨੂੰ ਤੂੰ ਲਿਜਾਣਾ ਚਾਹੁੰਦਾ ਤੇ ਲਿਜਾ ਸਕਦਾ। ਪਰ ਇੱਕ ਗੱਲ ਯਾਦ ਰੱਖੀ, ਇੱਥੇ ਸਾਡੇ ਚੂੜੀਆਂ ਨਹੀਂ ਪਾਈਆਂ ਹੋਈਆਂ। ਜਿਹੜੇ ਲੋਕ ਸਾਡੇ ਕੋਲ ਆਏ ਨੇ ਸਾਰੇ ਸ਼ਸਤਰਧਾਰੀ ਬਣ ਗਏ ਨੇ, ਅੰਮ੍ਰਿਤ ਛਕ ਕੇ ਸਿੰਘ ਸਜ ਗਏ ਨੇ। ਉਹ ਹੁਣ ਤੇਰੇ ਨਾਲ ਦੋ ਹੱਥ ਕਰਨ ਲਈ ਤਿਆਰ ਨੇ। ਅਸੀਂ ਉਹਨਾਂ ਨੂੰ ਗਿੱਦੜਾਂ ਤੋਂ ਸ਼ੇਰ ਬਣਾ ਦਿੱਤਾ, ਅਸੀਂ ਉਹਨਾਂ ਚਿੜੀਆਂ ਤੋਂ ਬਾਜ ਤੁੜਾਉਣੇ ਨੇ। ਹੁਣ ਤੂੰ ਸੋਚ ਕੇ ਆਵੀਂ। ਤੇ ਜਦੋਂ ਔਰੰਗਜ਼ੇਬ ਨੇ ਇਹ ਗੱਲਾਂ ਸੁਣੀਆਂ ਤੇ ਦੰਗ ਰਹਿ ਗਿਆ। ਬੜੇ ਯਤਨ ਕੀਤੇ। ਇਤਿਹਾਸਕਾਰਾਂ ਨੇ ਲਿਖਿਆ ਹੈ 14 ਜੰਗ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਕਰਨੇ ਪਏ। 14 ਜੰਗ, 14 ਲੜਾਈਆਂ। ਪਰ ਉਹਦੇ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਹਮੇਸ਼ਾ ਲਈ ਆਪਣੇ ਸਿਧਾਂਤ ਤੇ ਅਸੂਲਾਂ ਤੇ ਪਹਿਰਾ ਦਿੱਤਾ। ਔਰੰਗਜ਼ੇਬ ਨੇ ਭਾਵੇਂ ਅਖੀਰ ਤੇ ਆ ਕੇ ਝੂਠੀਆਂ ਸਹੁੰਆਂ ਵੀ ਖਾਧੀਆਂ, ਪਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਫਰਨਾਮੇ ਦੇ ਵਿੱਚ ਇਹ ਗੱਲ ਲਿਖੀ। ਕਹਿਣ ਲੱਗੇ, ਤੂੰ ਤੇ ਧੋਖੇ ਦੇ ਨਾਲ ਸਾਡੇ ਤੇ ਵਾਰ ਕੀਤਾ, ਪਰ ਯਾਦ ਰੱਖੀ ਵੀ ਜੇ ਤੂੰ ਸਾਡੇ 4 ਸਾਹਿਬਜ਼ਾਦੇ ਸ਼ਹੀਦ ਵੀ ਕਰ ਦਿੱਤੇ ਨੇ, ਸਾਡੀ ਸਤਿਕਾਰਯੋਗ ਮਾਤਾ ਗੁਜਰੀ ਜੀ ਨੂੰ ਸ਼ਹੀਦ ਕਰ ਦਿੱਤਾ ਹੈ, ਪਰ ਅਸੀਂ ਹਾਲੇ ਜਿਉਂਦੇ ਹਾਂ। ਖਾਲਸਾ ਪੰਥ ਸਾਡਾ ਅਮਰ ਪੁੱਤਰ ਹੈ, ਹਮੇਸ਼ਾ ਲਈ ਜਿੰਦਾ ਰਹੇਗਾ, ਔਰ ਇਹ ਤੇਰੇ ਪਾਸੋਂ ਬਦਲਾ ਵੀ ਲਵੇਗਾ। ਤੇ ਬੰਦਾ ਸਿੰਘ ਬਹਾਦਰ ਨੇ ਬਦਲਾ ਲਿਆ ਵੀ। ਇਸ ਢੰਗ ਦੇ ਨਾਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਬਚਨ ਕੀਤੇ, ਉਹਨਾਂ ਨੂੰ ਸਿਰ ਤੋੜ ਨਿਭਾਇਆ। ਇੱਕ ਵੀ ਕੈਦੀ ਗੁਰੂ ਮਹਾਰਾਜ ਨੇ ਔਰੰਗਜ਼ੇਬ ਨੂੰ ਵਾਪਸ ਨਹੀਂ ਸੀ ਕੀਤਾ। ਇਹ ਹੈ ਪੂਰੇ ਗੁਰੂ ਦੀ ਸ਼ਰਨ ਵਿੱਚ ਆਉਣ ਦੇ ਲਾਭ। ਹਰ ਸੱਜਣ ਦਾਵਨ ਲੱਗੀਆਂ ਕਿਸੇ ਨਾ ਦੇਈ ਬੰਨ। ਜਿਹੜਾ ਗੁਰੂ ਪਰਮੇਸ਼ਰ ਦੀ ਸ਼ਰਨ ਵਿੱਚ ਆ ਜਾਂਦਾ ਹੈ, ਗੁਰੂ ਦਾ ਪੱਲਾ ਫੜ ਲੈਂਦਾ ਹੈ, ਤੇ ਗੁਰੂ ਮਹਾਰਾਜ ਵੀ ਬੰਨ ਕੇ ਭਾਈ ਕਿਸੇ ਨੂੰ ਹੋਰ ਨਹੀਂ ਦਿੰਦੇ। ਮਾਣਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸੰਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵਾਹਿਗੁਰੂ ਦਾ ਨਾਮ ਮਾਣਕ ਤੇ ਮੋਤੀਆਂ ਵਰਗਾ ਅਮੋਲਕ ਹੈ। ਉਨ ਲੱਗਾ ਨਾਹੀ ਸੰਨ। ਤੇ ਜਿਹੜੇ ਵਾਹਿਗੁਰੂ ਦੇ ਨਾਮ ਰੂਪੀ ਮੋਤੀ ਮਾਣਕ ਨੇ,
ਇਹਨਾਂ ਨੂੰ ਕੋਈ ਸੰਨ ਵੀ ਨਹੀਂ ਲੱਗ ਸਕਦੀ। ਜਿਵੇਂ ਜਿਹੜੇ ਹੋਰ ਦੁਨਿਆਵੀ ਦੌਲਤ ਹੈ, ਚਾਹੇ ਸੋਨਾ ਹੈ, ਚਾਂਦੀ ਹੈ, ਹੀਰੇ ਨੇ, ਉਹਨਾਂ ਨੂੰ ਚੋਰ ਸੰਨ ਲਾ ਕੇ ਵੀ ਚੁਰਾ ਕੇ ਲਿਜਾ ਸਕਦੇ ਨੇ, ਪਰ ਜਿਹੜੇ ਵਾਹਿਗੁਰੂ ਦੇ ਨਾਮ ਰੂਪੀ ਮੋਤੀਆਂ ਤੇ ਮਾਣਕ ਨੇ, ਉਹਨਾਂ ਨੂੰ ਕੋਈ ਸੰਨ ਵੀ ਨਹੀਂ ਲੱਗ ਸਕਦੀ। ਉਹ ਹਮੇਸ਼ਾ ਲਈ ਸਾਡੇ ਕੋਲ ਰਹਿਣ ਵਾਲੀ ਵਸਤੂ ਹੈ। ਰੰਗ ਸਭੇ ਨਾਰਾਇਣ ਜੇਤੇ ਮਨ ਭਾਵਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿੰਨੇ ਵੀ ਜਿਗਿਆਸੂ ਦੇ ਮਨ ਨੂੰ ਰੰਗ ਪਾਉਂਦੇ ਨੇ, ਉਹ ਸਾਰੇ ਰੰਗ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪਾਸ ਹਨ। ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਅਕਾਲ ਪੁਰਖ ਵਾਹਿਗੁਰੂ ਸਮਰੱਥ ਹੈ ਅਤੇ ਸੁਤੰਤਰ ਵੀ ਹੈ। ਜੋ ਵਾਹਿਗੁਰੂ ਚਾਹੁੰਦਾ ਉਹੀ ਕਰਦਾ ਹੈ, ਤੇ ਸੋਈ ਜੀ ਕਰਨ, ਤੇ ਉਹੀ ਭਾਈ ਅੱਗੇ ਜੀਵ ਕਰਦੇ ਨੇ। ਜੋ ਵਾਹਿਗੁਰੂ ਕਰਨਾ ਚਾਹੁੰਦਾ ਉਹ ਆਪਣੀ ਮਰਜ਼ੀ ਨਾਲ ਸਭ ਕੁਝ ਕਰਦਾ ਹੈ, ਤੇ ਜਿਵੇਂ ਉਹ ਕਿਸੇ ਪਾਸੋਂ ਕਰਵਾਉਣਾ ਚਾਹੁੰਦਾ ਹੈ ਸੋਈ ਜੀ ਕਰਨ, ਤੇ ਉਸੇ ਤਰ੍ਹਾਂ ਭਾਈ ਜੀਵ ਅੱਗੇ ਵੀ ਕਰਦੇ ਹਨ। ਜੋ ਪ੍ਰਭ ਕੀਤੇ ਆਪਣੇ ਸੇਈ ਕਹੀਐ ਧਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਗੁਰਸਿੱਖ ਮਾਈ ਭਾਈ ਉਸ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਕਰ ਲਏ ਨੇ, ਆਪਣੇ ਦਾਸ ਬਣਾ ਲਏ, ਆਪਣੇ ਪੁੱਤਰ ਬਣਾ ਲਏ, ਆਪਣਾ ਰੂਪ ਬਣਾ ਲਏ, ਸੇਈ ਕਹੀਐ ਧਨ, ਬਈ ਉਹੀ ਧਨਤਾ ਯੋਗ ਆਖੇ ਜਾ ਸਕਦੇ ਹਨ। ਆਪਣ ਲੀਆ ਜੇ ਮਿਲੈ ਵਿਛੜ ਕਿਉ ਰਵਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਵਾਹਿਗੁਰੂ ਆਪਣੇ ਆਪ ਨਹੀਂ ਕਿਸੇ ਨੂੰ ਮਿਲਦਾ। ਆਪਣ ਲਿਆ ਜੇ ਮਿਲੇ, ਜੋ ਆਪਣਾ ਲਿਆ ਹੀ ਮਿਲਦਾ ਹੋਵੇ, ਵਿਛੜ ਕਿਉਂ ਰੋਵਨ, ਇਹ ਜੀਵ ਉਸ ਤੋਂ ਵਿਛੜ ਕੇ ਰੋਂਦੇ ਕਿਉਂ ਫਿਰਦੇ ਨੇ। ਭਾਵ ਕੋਈ ਆਪਣੇ ਆਪ ਵਾਹਿਗੁਰੂ ਪਰਮੇਸ਼ਰ ਨੂੰ ਮਿਲ ਨਹੀਂ ਸਕਦਾ, ਤੇ ਆਪਣਾ ਲਿਆ ਵੀ ਕਿਸੇ ਨੂੰ ਮਿਲ ਨਹੀਂ ਸਕਦਾ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ। ਤੇ ਫਿਰ ਮਹਾਰਾਜ ਦੱਸੋ ਵਾਹਿਗੁਰੂ ਪਰਮੇਸ਼ਰ ਮਿਲਦਾ ਕਿਵੇਂ ਹੈ। ਹਜ਼ੂਰ ਕਹਿੰਦੇ ਸਾਧੂ ਸੰਗ ਪ੍ਰਾਪਤੇ, ਜਿਹਨੂੰ ਸਾਧੂ ਦਾ ਸੰਗ, ਗੁਰੂ ਦਾ ਸੰਗ ਪ੍ਰਾਪਤ ਹੋ ਜਾਂਦਾ ਹੈ, ਨਾਨਕ ਰੰਗ ਮਾਣਨ, ਬਈ ਉਹੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਆਨੰਦ ਮਾਣਦੇ ਹਨ। ਭਾਵ ਗੁਰੂ ਦੀ ਕਿਰਪਾ ਦੁਆਰਾ ਪਰਮੇਸ਼ਰ ਮਿਲਦਾ ਹੈ। ਇਸ ਲਈ ਆਪਣੇ ਯਤਨ ਨਾਲ ਨਹੀਂ, ਗੁਰੂ ਵਾਲੇ ਹੋ ਕੇ ਨਾਮ ਜਪੋਗੇ ਤਾਂ ਪਰਮੇਸ਼ਰ ਮਿਲੇਗਾ, ਤੇ ਐਵੇਂ ਨਹੀਂ ਮਿਲ ਸਕਦਾ। ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਵਾਹਿਗੁਰੂ ਧਣੀ ਜੋ ਸਭ ਦੀਨ ਦੁਨੀਆ ਦਾ ਮਾਲਕ ਹੈ, ਉਹਨੂੰ ਮਿਲਦਾ ਹੈ ਜਿਸ ਕੈ ਭਾਗ ਮਥਨ, ਜਿਹਦੇ ਮੱਥੇ ਤੇ ਚੰਗਾ ਭਾਗ ਜਾਗ ਪਵੇ। ਤੇ ਜਿਹਨੂੰ ਵਾਹਿਗੁਰੂ ਮਿਲ ਜਾਵੇ ਜੇਠ ਰੰਗੀਲਾ ਤਿਸ, ਉਹਦੇ ਲਈ ਜੇਠ ਦਾ ਮਹੀਨਾ ਰੰਗੀਲਾ ਦਾ ਅਰਥ ਬਹੁਤ ਰੰਗਲਾ, ਬੜਾ ਰਸਦਾਇਕ ਤੇ ਬੜਾ ਆਨੰਦਦਾਇਕ ਬਣ ਜਾਂਦਾ ਹੈ। ਇਹ ਜਿਹੜਾ ਰੰਗੀਲਾ ਸ਼ਬਦ ਹੈ, ਇਹ ਜੇਠ ਦੇ ਮਹੀਨੇ ਦਾ ਵਿਸ਼ੇਸ਼ਣ ਹੈ। ਇਹ ਅਨਵੇਂ ਕਰਕੇ ਅਰਥ ਲੱਗਿਆ ਹੈ ਵੀ ਜਿਹਦੇ ਮੱਥੇ ਤੇ ਚੰਗਾ ਭਾਗ ਜਾਗਦਾ ਹੈ, ਤੇ ਉਹਨੂੰ ਉਹ ਧਨੀ ਮਾਲਕ ਵਾਹਿਗੁਰੂ ਪਰਮੇਸ਼ਰ ਮਿਲਦਾ। ਤੇ ਜਿਹਨੂੰ ਪਰਮੇਸ਼ਰ ਮਿਲ ਜਾਵੇ ਤੇ ਜੇਠ ਰੰਗੀਲਾ ਤਿਸ, ਉਹਦੇ ਲਈ ਜੇਠ ਦਾ ਮਹੀਨਾ ਬੜਾ ਹੀ ਆਨੰਦਦਾਇਕ ਬਣਦਾ, ਸੁਖਦਾਈ ਬਣਦਾ, ਬੜਾ ਰੰਗੀਲਾ ਰੰਗਲਾ ਤੇ ਬਹੁਤ ਸੁਖਮਈ ਬਣ ਜਾਂਦਾ ਹੈ। ਤੇ ਜਾਂ ਕਈ ਵਿਦਵਾਨਾਂ ਨੇ ਜਿਹੜਾ ਰੰਗੀਲਾ ਹੈ, ਇਹ ਉਸ ਵਾਹਿਗੁਰੂ ਪਰਮੇਸ਼ਰ ਦਾ ਵੀ ਵਿਸ਼ੇਸ਼ਣ ਜੋੜਿਆ ਹੈ। ਫਿਰ ਅਰਥ ਇਉਂ ਬਣਦਾ ਹੈ, ਹਰ ਜੇਠ ਰੰਗੀਲਾ ਤਿਸ ਤਣੀ ਜਿਸ ਕੈ ਭਾਗ ਮਥਨ। ਹਜ਼ੂਰ ਕਹਿੰਦੇ ਨੇ ਉਹ ਵਾਹਿਗੁਰੂ, ਜੇਠ ਦਾ ਅਰਥ ਇਹ ਵੀ ਪੁਰਾਤਨ ਵਿਦਵਾਨਾਂ ਨੇ ਕੀਤਾ ਹੈ, ਉਹ ਜੇਠ ਵੱਡਾ ਹੈ, ਜੇਠ ਵੱਡੇ ਨੂੰ ਕਹਿੰਦੇ ਨੇ। ਜੇਠ ਦੇ ਮਹੀਨੇ ਵਿੱਚ ਦਿਨ ਵੀ ਵੱਡੇ ਹੁੰਦੇ ਨੇ, ਜੇਠ ਦਾ ਮਹੀਨਾ ਵੀ ਵੱਡਾ ਹੁੰਦਾ ਹੈ, ਜੇਠ ਦਾ ਅਰਥ ਹੀ ਵੱਡਾ ਹੈ। ਉਹ ਵਾਹਿਗੁਰੂ ਜੇਠ ਵੱਡਾ ਹੈ ਤੇ ਰੰਗੀਲਾ ਤੇ ਬਹੁਤ ਰੰਗਲਾ ਸਾਜਨ ਹੈ। ਤੇ ਜਿਨ੍ਹਾਂ ਨੂੰ ਉਹ ਤਿਸ ਧਨੀ, ਉਸ ਨੂੰ ਉਹ ਧਨੀ ਮਾਲਕ ਵਾਹਿਗੁਰੂ ਪਰਮੇਸ਼ਰ ਮਿਲਦਾ ਹੈ ਜਿਸ ਕੈ ਭਾਗ ਮਥਨ, ਜਿਹਦੇ ਮੱਥੇ ਤੇ ਚੰਗਾ ਭਾਗ ਉਦੇ ਹੋ ਜਾਂਦਾ ਹੈ। ਆਸਾੜ ਤਪੰਦਾ ਤਿਸ ਲਗੈ ਹਰ ਨਾਹੁ ਨ ਜਿਨਾ ਪਾਸ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਭਾਈ ਹੁਣ ਅੱਗੇ ਹਾੜ ਦਾ ਮਹੀਨਾ ਆਉਂਦਾ ਚੌਥੇ ਨੰਬਰ ਤੇ।
ਕਿਉਂਕਿ ਚੇਤ ਵੈਸਾਖ ਜੇਠ ਤੇ ਅੱਗੇ ਹਾੜ੍ਹ ਦਾ ਮਹੀਨਾ, ਉਸ ਨੂੰ ਆਸਾੜ ਗੁਰੂ ਮਹਾਰਾਜ ਨੇ ਲਿਖਿਆ। ਉਹਦੇ ਵਿੱਚ ਬੜੀ ਤਪਸ਼ ਪੈਂਦੀ ਹੈ, ਲੋਹਾਂ ਵਗਦੀਆਂ ਨੇ, ਬੜੀ ਅੱਤ ਦੀ ਗਰਮੀ ਹੁੰਦੀ ਹੈ, ਕਿਉਂਕਿ ਹਾੜ੍ਹ ਦੇ ਮਹੀਨੇ ਵਿੱਚ ਹਾੜ੍ਹੀ ਦੀ ਫਸਲ ਕੱਟੀ ਜਾਂਦੀ ਹੈ ਤੇ ਧਰਤੀ ਉੱਤੇ ਸਿੱਧੀਆਂ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ ਤੇ ਸੂਰਜ ਦੀ ਧੁੱਪ ਦੇ ਨਾਲ ਧਰਤੀ ਵੀ ਤਪ ਜਾਂਦੀ ਹੈ, ਕਿਉਂਕਿ ਉੱਥੇ ਕੋਈ ਖੇਤੀ ਫਸਲ ਵਾਲੀ ਉਸ ਵੇਲੇ ਘੱਟ ਰਹਿ ਜਾਂਦੀ ਹੈ ਤੇ ਫਿਰ ਬੜੀ ਗਰਮੀ ਮਹਿਸੂਸ ਹੁੰਦੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇੱਕ ਗਰਮੀ ਬਾਹਰ ਦੀ ਹੈ ਤੇ ਇੱਕ ਗਰਮੀ ਸਾਡੇ ਅੰਦਰ ਦੀ ਵੀ ਹੈ। ਆਸਾੜ ਤਪੰਦਾ ਤਿਸ ਲਗੈ ਹਰ ਨਾਹੁ ਨ ਜਿਨ੍ਹਾਂ ਪਾਸ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹ ਆਸਾੜ ਦਾ ਅਰਥ ਹੈ ਹਾੜ ਦਾ ਮਹੀਨਾ। ਉਸ ਨੂੰ ਤਪਦਾ ਹੋਇਆ ਪ੍ਰਤੀਤ ਹੁੰਦਾ ਹੈ। ਹਰ ਨਾਹੁ ਨ ਜਿਨ੍ਹਾਂ ਪਾਸ, ਜਿਸ ਦੇ ਪਾਸ ਪਰਮੇਸ਼ਰ ਪਤੀ ਨਹੀਂ ਹੁੰਦਾ, ਉਸ ਨੂੰ ਹਾੜ ਦਾ ਮਹੀਨਾ ਤਪਦਾ ਹੋਇਆ ਲੱਗਦਾ ਹੈ ਕਿ ਜਿਹਦੇ ਪਾਸ ਪਤੀ ਪਰਮੇਸ਼ਰ ਨਹੀਂ ਹੁੰਦਾ। ਭਾਵ ਵਿਛੋੜੇ ਵਾਲੀਆਂ ਜੀਵ ਰੂਪ ਇਸਤਰੀਆਂ ਨੂੰ ਇਹ ਜਿਹੜਾ ਹਾੜ ਦਾ ਮਹੀਨਾ ਤਪਦਾ ਹੋਇਆ ਨਜ਼ਰ ਆਉਂਦਾ ਹੈ। ਅਥਵਾ ਮਹਾਂਪੁਰਖ ਹੋਰ ਵੀ ਦੱਸਦੇ ਸਨ ਵੀ ਜਿਹੜਾ ਅਗਿਆਨ ਇੱਕ ਸੂਰਜ ਹੈ, ਰਾਗ ਦਵੈਸ਼ ਉਸ ਦੀਆਂ ਕਿਰਨਾਂ ਨੇ ਤੇ ਤ੍ਰਿਸ਼ਨਾ ਦੀ ਧੁੱਪ ਹੈ। ਆਸਾੜ ਆਸਾ ਦੇ ਹੜ੍ਹ ਵਗ ਰਹੇ ਨੇ। ਐਸਾ ਜਿਹੜਾ ਇਹ ਹਾੜ ਦਾ ਮਹੀਨਾ ਹੈ, ਤਪੰਦਾ ਤਿਸ ਲੱਗੈ, ਇਹ ਉਸ ਜੀਵ ਰੂਪ ਇਸਤਰੀ ਨੂੰ ਤਪਦਾ ਹੋਇਆ ਪ੍ਰਤੀਤ ਹੁੰਦਾ ਹੈ ਜਿਸ ਦੇ ਪਾਸ ਪਰਮੇਸ਼ਰ ਪਤੀ ਨਹੀਂ ਹੁੰਦਾ। ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਾੜ ਦਾ ਮਹੀਨਾ ਉਹਨਾਂ ਲਈ ਤਪਦਾ ਸੜਦਾ ਬਲਦਾ ਪ੍ਰਤੀਤ ਹੁੰਦਾ ਹੈ। ਜਗ ਜੀਵਨ ਪੁਰਖ ਤਿਆਗ ਹੈ, ਜਿਹੜੇ ਜਗ ਦਾ ਜੀਵਨ ਸਰੂਪ ਤੇ ਪੁਰਖ ਜੋ ਵਿਆਪਕ ਸਰੂਪ ਤੇ ਪੁਰਸ਼ਾਰਥ ਦਾ ਮਾਲਕ ਅਕਾਲ ਪੁਰਖ ਹੈ, ਉਹਨੂੰ ਛੱਡ ਕੇ ਮਾਨਸ ਸੰਧੀ ਯਾਦ ਕਿਸੇ ਮਨੁੱਖ ਦੀ ਆਸ ਕਰਦੀ ਹੈ। ਉਹ ਅਕਾਲ ਪੁਰਖ ਵਾਹਿਗੁਰੂ ਸਾਰੇ ਜਗ ਦਾ ਜੀਵਨ ਹੈ ਤੇ ਪੁਰਖ ਦਾ ਅਰਥ ਇਸ ਜਗ ਮੈਂ ਪੁਰਖ ਏਕ ਹੈ, ਉਹ ਪਤੀ ਪਰਮੇਸ਼ਰ ਹੈ, ਜਿਹੜੀ ਉਹਨੂੰ ਛੱਡ ਕੇ ਕਿਸੇ ਹੋਰ ਮਨੁੱਖ ਦੀ ਆਸ ਕਰਦੀ ਹੈ। ਕਿਉਂਕਿ ਸਤਿਗੁਰੂ ਮਹਾਰਾਜ ਨੇ ਸਾਨੂੰ ਇੱਕ ਦੇ ਨਾਲ ਜੋੜਿਆ ਤੇ ਨਾਲ ਇਹ ਵੀ ਸਮਝਾਇਆ, ਮਾਨੋ ਕੀ ਟੇਕ ਬਿਰਥੀ ਸਭ ਜਾਨ ਦੇਵਨ ਕਉ ਏਕ ਹੈ ਭਗਵਾਨ। ਸਾਨੂੰ ਅਕਾਲ ਪੁਰਖ ਤੇ ਓਟ ਰੱਖਣੀ ਚਾਹੀਦੀ ਹੈ ਤੇ ਜਿਹੜੀ ਜੀਵ ਰੂਪ ਇਸਤਰੀ ਵਾਹਿਗੁਰੂ ਨੂੰ ਛੱਡ ਕੇ ਕਿਸੇ ਮਨੁੱਖ ਦੀ ਆਸ ਟਿਕਾਉਂਦੀ ਹੈ ਤੇ ਉਹਦੇ ਲਈ ਭਾਈ ਹਾੜ ਦਾ ਮਹੀਨਾ ਸੜਦਾ ਬਲਦਾ ਨਜ਼ਰ ਆਉਂਦਾ ਹੈ। ਦੁਈਐ ਪਾਏ ਵਿਗੁਚੀਐ ਗਲ ਪਈ ਸੋ ਜਮ ਕੀ ਫਾਸ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਪਾਠ ਦੋਏ ਹੈ ਉਚਾਰਨ ਕਰਨਾ। ਦੋਏ ਹੈ ਪਾਏ ਵਿਗੁਚੀ ਹੈ। ਦੋਏ ਪਾਏ ਦਾ ਅਰਥ ਹੈ ਵੀ ਜਿਹੜਾ ਦੂਜਾ ਭਾਵ ਹੈ, ਦੂਸਰਾ ਪ੍ਰੇਮ ਹੈ, ਵਾਹਿਗੁਰੂ ਨੂੰ ਛੱਡ ਕੇ ਪਤੀ ਨੂੰ ਛੱਡ ਕੇ ਕਿਸੇ ਹੋਰ ਪਾਸੇ ਜਿਹੜਾ ਪ੍ਰੇਮ ਪਾ ਲੈਣਾ ਹੈ, ਇਹ ਦੂਸਰਾ ਭਾਵ ਹੈ। ਦੋਏ ਪਾਏ ਵਿਗੁਚੀ ਹੈ। ਭਾਈ ਦੂਜੇ ਭਾਵ ਦੇ ਵਿੱਚ ਲੱਗ ਕੇ ਤਾਂ ਵਿਗੁਚੀਆ ਖਰਾਬ ਹੋਈਦਾ, ਇੱਜ਼ਤ ਮਹਿਫੂਜ਼ ਨਹੀਂ ਰਹਿੰਦੀ। ਗੱਲ ਪਈ ਸੋ ਜਮ ਕੀ ਫਾਸ। ਤੇ ਹਜ਼ੂਰ ਕਹਿੰਦੇ, ਭਾਈ ਜਿਹੜੀ ਜੀਵ ਰੂਪ ਇਸਤਰੀ ਵਾਹਿਗੁਰੂ ਨੂੰ ਛੱਡ ਕੇ ਦੂਜੇ ਭਾਵ ਦੇ ਵਿੱਚ ਲੱਗ ਜਾਂਦੀ ਹੈ ਤੇ ਉਹਦੇ ਗਲ ਦੇ ਵਿੱਚ ਜਮਾਂ ਦੀ ਫਾਹੀ ਪੈਂਦੀ ਹੈ ਤੇ ਉਹਨੂੰ ਖਰਾਬ ਹੋਣਾ ਪੈਂਦਾ ਹੈ। ਜੇਹਾ ਬੀਜੈ ਸੋ ਲੁਣੈ ਮੱਥੇ ਜੋ ਲਿਖਿਆਸ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੇਹਾ ਬੀਜੈ ਸੋ ਲੁਣੈ। ਇਹ ਜੀਵ ਜਿਹੋ ਜਿਹੇ ਕਰਮਾਂ ਦਾ ਬੀਜ ਬੀਜਦਾ ਹੈ, ਜਿਹੋ ਜਿਹਾ ਪੁੰਨ ਪਾਪ ਦਾ ਬੀਜ ਬੀਜਦਾ ਹੈ, ਉਹੋ ਜਿਹਾ ਫਲ ਵੀ ਲੁਣਾ ਦਾ ਅਰਥ ਇਹਨੂੰ ਕੱਟਣਾ ਪੈਂਦਾ। ਮੱਥੇ ਜੋ ਲਿਖਿਆਸ, ਤੇ ਭਾਈ ਜੋ ਮੱਥੇ ਤੇ ਜੀਵ ਦੇ ਮੱਥੇ ਤੇ ਵਾਹਿਗੁਰੂ ਨੇ ਲੇਖ ਲਿਖਿਆ ਹੈ ਬਈ ਉਹੀ ਖੁਸ਼ ਇਸ ਨੂੰ ਭਾਈ ਪ੍ਰਾਪਤ ਹੁੰਦਾ ਹੈ। ਰਹਿਣ ਵਿਹਾਣੀ ਪਛਤਾਣੀ ਉਠ ਚੱਲੀ ਗਈ ਨਿਰਾਸ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹ ਜਿਹੜਾ ਸਰੀਰ ਹੈ ਕਰਮ ਭੂਮੀ ਹੈ, ਇਹਦੇ ਵਿੱਚ ਜਿਹੋ ਜਿਹਾ ਅਸੀਂ ਪੁੰਨ ਪਾਪ ਦਾ ਬੀਜ ਬੀਜਦੇ ਹਾਂ ਉਹੋ ਜਿਹਾ ਫਲ ਦੁੱਖ ਤੇ ਸੁੱਖ ਦੇ ਵਿੱਚ ਸਾਨੂੰ ਪ੍ਰਾਪਤ ਹੁੰਦਾ ਹੈ। ਜੋ ਵਾਹਿਗੁਰੂ ਨੇ ਮੱਥੇ ਤੇ ਲਿਖ ਦਿੱਤਾ ਤੇ ਭਾਈ ਉਹੀ ਕੁਝ ਸਾਨੂੰ ਦੁੱਖ ਤੇ ਸੁੱਖ ਪ੍ਰਾਪਤ ਹੁੰਦੇ ਹਨ। ਰਹਿਣ ਵਿਹਾਣੀ ਪਛਤਾਣੀ, ਜਦੋਂ ਅਵਸਥਾ ਰੂਪੀ ਰਾਤ ਬਤੀਤ ਹੋ ਜਾਂਦੀ ਹੈ ਤੇ ਉਸ ਵੇਲੇ ਭਾਈ ਜੀਵ ਰੂਪ ਇਸਤਰੀ ਪਛਤਾਉਂਦੀ ਹੈ
ਜਿਸ ਦਾ ਵਾਹਿਗੁਰੂ ਦੇ ਨਾਲ ਪ੍ਰੇਮ ਨਹੀਂ ਨਾ ਹੁੰਦਾ, ਉੱਠ ਚੱਲੀ ਗਈ ਨਿਰਾਸ। ਅਖੀਰ ਤੇ ਜਦੋਂ ਉਸ ਦੀ ਅਵਸਥਾ ਰੂਪੀ ਰਾਤ ਪੂਰੀ ਹੋ ਜਾਂਦੀ ਹੈ ਤੇ ਨਿਰਾਸ਼ ਹੋ ਕੇ ਉੱਠ ਕੇ ਜਮਾਂ ਦੇ ਨਾਲ ਤੁਰ ਪੈਂਦੀ ਹੈ। ਜਿਨ ਕੋ ਸਾਧੂ ਭੇਟੀਐ ਸੋ ਦਰਗਹਿ ਹੋਏ ਖਲਾਸ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੀਆਂ ਜੀਵ ਰੂਪ ਇਸਤਰੀਆਂ ਨਗੁਰੀਆਂ ਨੇ, ਉਹਨਾਂ ਨੂੰ ਤੇ ਭਾਈ ਨਿਰਾਸ਼ ਹੋ ਕੇ ਇੱਥੋਂ ਉੱਠ ਕੇ ਜਾਣਾ ਪੈਂਦਾ ਤੇ ਜਮਾਂ ਦੇ ਵਸ ਵੀ ਪੈਣਾ ਪੈਂਦਾ ਹੈ। ਪਰ ਨਾਲ ਹੀ ਹਜ਼ੂਰ ਕਹਿੰਦੇ, ਜਿਨ ਕੋ ਸਾਧੂ ਭੇਟੀਐ, ਜਿਨ੍ਹਾਂ ਨੂੰ ਦਰਗਾਹੀ ਬਸੀਠ ਸੱਚੇ ਸਤਿਗੁਰੂ ਮਿਲ ਜਾਂਦੇ ਨੇ, ਸੋ ਦਰਗਹਿ ਹੋਏ ਖਲਾਸ। ਭਾਈ ਉਹ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਖਲਾਸ ਹੋ ਜਾਂਦੀਆਂ ਨੇ, ਅਥਵਾ ਉਹ ਜੀਵ, ਉਹ ਗੁਰਮੁਖ ਪਿਆਰੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਉਹ ਬੰਦ ਖਲਾਸ ਹੋ ਜਾਂਦੇ ਨੇ, ਮੁਕਤ ਹੋ ਜਾਂਦੇ ਹਨ। ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੁਸੀਂ ਸਾਡੇ ਤੇ ਆਪਣੀ ਕਿਰਪਾ ਕਰੋ, ਤੇਰੇ ਦਰਸ਼ਨ ਹੋਏ ਪਿਆਸ। ਮਹਾਰਾਜ ਕਿਰਪਾ ਕਰੋ, ਕੀ ਚਾਹੁੰਦੇ ਹੋ ਮਹਾਰਾਜ? ਸਾਡੇ ਮਨ ਦੇ ਵਿੱਚ ਵੀ ਤੁਹਾਡੇ ਦਰਸ਼ਨਾਂ ਦੀ ਪਿਆਸ ਜਾਗ ਪਵੇ, ਸਾਡੇ ਮਨ ਦੇ ਵਿੱਚ ਵੀ ਤੁਹਾਡੇ ਦਰਸ਼ਨਾਂ ਦੀ ਤਾਂਘ ਪੈਦਾ ਹੋ ਜਾਵੇ। ਜੇ ਵਾਹਿਗੁਰੂ ਦੀ ਕਿਰਪਾ ਹੋਵੇ ਤਾਂ ਹੀ ਉਹਦੇ ਦਰਸ਼ਨਾਂ ਦੀ ਸਿੱਖ ਸਾਡੇ ਮਨ ਦੇ ਵਿੱਚ ਪੈਦਾ ਹੋ ਸਕਦੀ ਹੈ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਾਡੀ ਤੇ ਇਹੀ ਆਪ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਹੈ, ਪ੍ਰਭ ਤੁਧ ਬਿਨ ਦੂਜਾ ਕੋ ਨਹੀਂ। ਮਹਾਰਾਜ ਤੁਹਾਡੇ ਬਿਨਾਂ ਸਾਡਾ ਤੇ ਹੋਰ ਕੋਈ ਵਾਲੀ ਵਾਰਸ ਨਹੀਂ ਹੈ, ਨਾ ਹੀ ਕੋਈ ਸਾਡਾ ਸਹਾਰਾ ਹੈ। ਕਿਸੇ ਹੀ ਕੋਈ ਮੰਝ ਨਿਮਾਣੀ ਇੱਕ ਤੋਂ, ਕਿਉਂ ਨਾ ਮਰੀਜਾ ਰੋਏ ਜਾਂ ਲਗ ਚਿਤ ਨਾ ਆਵੇ। ਸਾਡਾ ਤੇ ਸਹਾਰਾ ਸਭ ਕੁਝ ਤੁਸੀਂ ਹੋ। ਆਸਾੜ ਸੁਹੰਦਾ ਤਿਸ ਲਗੈ, ਜਿਸ ਮਨ ਹਰ ਚਰਨ ਨਿਵਾਸ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹ ਹਾੜ ਦਾ ਮਹੀਨਾ ਉਸ ਨੂੰ ਸੁਹੰਦਾ ਦਾ ਅਰਥ ਸੁਹਾਵਣਾ ਲੱਗਦਾ ਹੈ, ਸੋਭਨੀਕ ਲੱਗਦਾ ਹੈ, ਜਿਸ ਮਨ ਹਰ ਚਰਨ ਨਿਵਾਸ, ਜਿਸ ਦੇ ਮਨ ਦੇ ਵਿੱਚ ਵਾਹਿਗੁਰੂ ਦੇ ਨਾਮ ਰੂਪ ਚਰਨਾਂ ਦਾ ਨਿਵਾਸ ਹੋ ਜਾਂਦਾ। ਜਿਹਦੇ ਮਨ ਦੇ ਵਿੱਚ ਵਾਹਿਗੁਰੂ ਦਾ ਨਾਮ ਵਸ ਜਾਵੇ, ਜਿਹਦੇ ਮਨ ਦੇ ਵਿੱਚ ਹਰ ਵੇਲੇ ਵਾਹਿਗੁਰੂ ਦੀ ਯਾਦ ਸਿਮਰਨ ਵਸ ਜਾਵੇ, ਤੇ ਉਹਦੇ ਲਈ ਹਾੜ ਦਾ ਮਹੀਨਾ ਬੜਾ ਸੁਹਾਵਣਾ ਲੱਗਦਾ ਹੈ। ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਉ ਪਿਆਰ। ਹੁਣ ਹਾੜ ਤੋਂ ਬਾਅਦ ਪੰਜਵਾਂ ਮਹੀਨਾ ਸਾਉਣ ਦਾ ਹੈ, ਤੇ ਸਾਉਣ ਦੇ ਮਹੀਨੇ ਤੀਆਂ ਦੇ ਵੀ ਦਿਨ ਹੁੰਦੇ ਨੇ। ਸਾਉਣ ਦੇ ਮਹੀਨੇ ਮੀਂਹ ਪੈਂਦੇ ਨੇ, ਤੇ ਜਿਹੜੀ ਅੱਤ ਦੀ ਗਰਮੀ ਹੁੰਦੀ ਹੈ ਉਹ ਵੀ ਕੁਝ ਨਾ ਕੁਝ ਘਟ ਜਾਂਦੀ ਹੈ। ਤੇ ਸਾਉਣ ਦੇ ਮਹੀਨੇ ਕੁਝ ਨਾ ਕੁਝ ਧਰਤੀ ਨੂੰ ਵੀ ਸ਼ਾਂਤੀ ਪ੍ਰਾਪਤ ਹੁੰਦੀ ਹੈ, ਤੇ ਨਾਲ ਕੁਝ ਨਾ ਕੁਝ ਮੀਂਹ ਪੈਣ ਦੇ ਨਾਲ ਬਨਸਪਤੀ ਵੀ ਉੱਗ ਪੈਂਦੀ ਹੈ। ਇਸ ਲਈ ਸਾਉਣ ਦੇ ਮਹੀਨੇ ਨੂੰ ਅੱਛਾ ਮੰਨਿਆ ਜਾਂਦਾ ਹੈ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਨਾਨਕ ਸਾਵਣ ਜੇ ਵਸੈ ਚਾਹੋ ਉਹ ਮਹਾ ਹੋਏ, ਨਾਗਾਂ ਮਿਰਗਾਂ ਮੱਛੀਆਂ ਰਸੀਆਂ ਘਰ ਧਨ ਹੋਏ। ਜਦੋਂ ਸਾਉਣ ਦਾ ਮਹੀਨਾ ਆਉਂਦਾ ਹੈ ਨਾ, ਤੇ ਸਾਉਣ ਦੇ ਮਹੀਨੇ ਬੱਦਲ ਵਰਸਦਾ, ਜਿਹੜੇ ਚਾਰ ਤਰ੍ਹਾਂ ਦੇ ਜੀਵ ਨੇ ਉਹਨਾਂ ਨੂੰ ਬੜਾ ਉਤਸ਼ਾਹ ਪੈਦਾ ਹੁੰਦਾ। ਉਹ ਕਿਹੜੇ ਨੇ? ਇੱਕ ਤਾਂ ਸੱਪ ਬੜੇ ਖੁਸ਼ ਹੁੰਦੇ ਨੇ ਮੀਂਹ ਪੈਣ ਤੋਂ, ਹਰਨ ਬੜੇ ਖੁਸ਼ ਹੁੰਦੇ ਨੇ, ਉਹਨਾਂ ਨੂੰ ਪੀਣ ਦੇ ਲਈ ਪਾਣੀ ਸੌਖਾ ਮਿਲ ਜਾਂਦਾ, ਤੇ ਮੱਛੀਆਂ ਬੜੀਆਂ ਖੁਸ਼ ਹੁੰਦੀਆਂ ਨੇ, ਥੋੜੇ ਪਾਣੀ ਵਿੱਚ ਉਹ ਵੀ ਤੜਫਦੀਆਂ ਮਰਦੀਆਂ ਨੇ, ਇਸ ਲਈ ਉਹ ਵੀ ਖੁਸ਼ ਹੁੰਦੀਆਂ ਨੇ। ਤੇ ਬਾਕੀ ਭਾਈ ਜਿਨ੍ਹਾਂ ਦੇ ਘਰੇ ਬਹੁਤਾ ਧਨ ਹੁੰਦਾ ਹੈ, ਖਾਣ ਪੀਣ ਦੇ ਸ਼ੌਕੀਨ ਹੁੰਦੇ ਨੇ, ਉਹ ਵੀ ਮੀਂਹ ਵੇਲੇ ਖੁਸ਼ ਹੁੰਦੇ ਨੇ, ਕਹਿੰਦੇ ਹੁਣ ਪੂੜੇ ਬਣਾ ਲਓ, ਖੀਰ ਬਣਾ ਲਓ, ਤੇ ਜਾਂ ਕੁਛ ਹੋਰ ਆਪਣੇ ਮਨ ਭਾਉਂਦਾ ਪਦਾਰਥ ਬਣਾ ਕੇ ਉਹ ਛਕਦੇ ਨੇ। ਇਹ ਚਾਰ ਜਾਣੇ ਬੜੇ ਖੁਸ਼ ਹੁੰਦੇ ਨੇ। ਪਰ ਨਾਲ ਹੀ ਸਤਿਗੁਰੂ ਮਹਾਰਾਜ ਨੇ ਇਹ ਵੀ ਦੱਸ ਦਿੱਤਾ, ਨਾਨਕ ਸਾਵਣ ਜੇ ਵਸੈ ਚਾਹੋਂ ਵਿਛੋੜਾ ਹੋਏ, ਗਾਈ ਪੁੱਤਾਂ ਨਿਰਤ ਨਾ ਪੰਥੀ ਚਾਕਰ ਹੋਏ। ਜਦੋਂ ਸਾਉਣ ਦਾ ਮਹੀਨਾ ਆਉਂਦਾ ਹੈ, ਬੱਦਲ ਵਰਸਦਾ ਹੈ, ਤੇ ਜਿੱਥੇ ਚਾਰ ਜਾਣਿਆਂ ਨੂੰ ਖੁਸ਼ੀ ਹੁੰਦੀ ਹੈ, ਉੱਥੇ ਬਈ ਚਾਰ ਜਾਣਿਆਂ ਦਾ ਵਿਛੋੜਾ ਵੀ ਹੁੰਦਾ ਹੈ। ਉਹ ਕਿਹੜੇ ਕਿਹੜੇ ਨੇ? ਗਾਈ ਪੁੱਤਾਂ, ਇੱਕ ਤਾਂ ਜਿਹੜੇ ਗਾਵਾਂ ਦੇ ਪੁੱਤਰ ਬੈਲ ਨੇ, ਤੇ ਜਦੋਂ ਮੀਂਹ ਪੈਂਦਾ ਤੇ ਫਿਰ ਉਹ ਪਹਿਲਾਂ ਤਾਂ ਵਿਹਲੇ ਹੁੰਦੇ ਨੇ, ਤੇ ਵਿਹਲੇ ਸੇਵਾ ਹੁੰਦੀ ਹੈ, ਤੇ ਉਹ ਵੀ ਪੱਠੇ ਖਾਂਦੇ ਨੇ, ਤੇ ਨਾਲ ਉਹਨਾਂ ਨੂੰ ਸੰਨੀ ਵੀ ਰਲਾ ਕੇ ਦਿੱਤੀ ਜਾਂਦੀ ਹੈ,
ਤੇ ਜਦੋਂ ਮੀਂਹ ਪੈਂਦਾ ਫਿਰ ਉਹਨਾਂ ਨੂੰ ਜੋੜ ਕੇ ਹਲ ਵਾਇਆ ਜਾਂਦਾ, ਉਹਨਾਂ ਦਾ ਵਿਛੋੜਾ ਹੁੰਦਾ ਸੁੱਖ ਦੇ ਨਾਲੋਂ। ਗਾਈ ਪੁੱਤਾਂ ਨਿਰਤਨਾ, ਜਿਹੜੇ ਗਾਵਾਂ ਦੇ ਪੁੱਤਰ ਬੈਲ ਨੇ, ਤੇ ਜਦੋਂ ਮੀਂਹ ਪੈਂਦਾ ਹੈ ਤੇ ਫਿਰ ਮੀਂਹ ਦੇ ਵਿੱਚ ਹੀ ਹਲ ਜੋੜ ਕੇ ਜ਼ਿਮੀਂਦਾਰ ਉਹਨਾਂ ਤੋਂ ਕੰਮ ਲੈਂਦੇ ਨੇ, ਉਹਨਾਂ ਦਾ ਸੁੱਖ ਦੇ ਨਾਲੋਂ ਵਿਛੋੜਾ ਪੈ ਜਾਂਦਾ। ਤੇ ਨਿਰਤਨਾ ਜਿਹੜੇ ਗਰੀਬ ਆਦਮੀ ਨੇ, ਜਿਨ੍ਹਾਂ ਨੇ ਕੋਈ ਦਿਹਾੜੀ ਕਰਕੇ ਵਿਚਾਰਿਆਂ ਨੇ ਰੋਟੀ ਖਾਣੀ ਹੁੰਦੀ ਹੈ ਤੇ ਉਹਨਾਂ ਨੂੰ ਦਿਹਾੜੀ ਨਹੀਂ ਮਿਲਦੀ। ਜਦੋਂ ਇੰਡੀਆ ਵਿੱਚ ਮੀਂਹ ਪੈਂਦਾ, ਇੱਥੇ ਦਾ ਚਲੋ ਬਹੁਤਾ ਫਰਕ ਨਹੀਂ ਨਾ ਪੈਂਦਾ, ਜਦੋਂ ਇੰਡੀਆ ਵਿੱਚ ਮੀਂਹ ਪੈਂਦਾ ਲੋਕਾਂ ਦਾ ਕੰਮ ਛੁੱਟ ਜਾਂਦਾ, ਦਿਹਾੜੀ ਨਹੀਂ ਮਿਲਦੀ, ਉਹ ਵੀ ਔਖੇ ਹੋ ਜਾਂਦੇ ਨੇ। ਗਰੀਬ ਲੋਕ ਪੰਥੀ ਚਾਕਰ ਹੋਏ। ਤੀਸਰੇ ਨੰਬਰ ਤੇ ਜਿਹੜੇ ਰਾਹੀ ਨੇ, ਪੁਰਾਣੇ ਜ਼ਮਾਨੇ ਦੇ ਵਿੱਚ ਕੱਚੇ ਰਾਹ ਹੁੰਦੇ ਸਨ, ਰਾਹਾਂ ਵਿੱਚ ਮੀਂਹ ਨਾਲ ਪਾਣੀ ਖਲੋ ਜਾਂਦਾ ਹੈ, ਚਾਲੇ ਬਣ ਜਾਂਦੇ, ਸਫ਼ਰ ਕਰਨਾ ਵੀ ਰਾਹੀਆਂ ਨੂੰ ਔਖਾ ਹੋ ਜਾਂਦਾ, ਉਹ ਵੀ ਵਿਚਾਰੇ ਮਜਬੂਰੀ ਵਸ ਘਰਾਂ ਦੇ ਵਿੱਚ ਬੈਠ ਜਾਂਦੇ ਸਨ। ਤੇ ਚਾਕਰ ਹੋਏ ਚੌਥੇ ਨੰਬਰ ਤੇ, ਜਿਹੜੇ ਭਾਈ ਚਾਕਰ ਨੌਕਰ ਹੁੰਦੇ ਨੇ, ਚਾਹੇ ਉਹ ਸਰਕਾਰੀ ਨੌਕਰ ਚਾਹੇ ਹੋਰ, ਮੀਂਹ ਪਵੇ ਤੇ ਚਾਹੇ ਕੁਝ ਵੀ ਹੋਵੇ ਉਹਨਾਂ ਨੂੰ ਕੰਮ ਤੇ ਜਾਣਾ ਹੀ ਪੈਂਦਾ, ਉਹ ਵੀ ਵਿਚਾਰੇ ਬੜੇ ਔਖੇ ਹੁੰਦੇ ਸਨ। ਹੁਣ ਤਾਂ ਗੱਡੀਆਂ ਮੋਟਰਾਂ ਦੇ ਸਾਧਨ ਬਣ ਗਏ ਨੇ, ਉਹੋ ਜਿਹੇ ਕੱਪੜੇ ਵੀ ਬਣ ਗਏ ਨੇ ਵੀ ਚਲੋ ਮੀਂਹ ਦੇ ਵਿੱਚ ਵੀ ਤੁਸੀਂ ਜਾ ਸਕਦੇ ਹੋ, ਪਰ ਪੁਰਾਣੇ ਸਮੇਂ ਦੇ ਵਿੱਚ ਮੀਂਹ ਪੈਣ ਵੇਲੇ ਬੜੀਆਂ ਮੁਸ਼ਕਿਲਾਂ ਵੀ ਆਉਂਦੀਆਂ ਸਨ। ਉਹਨਾਂ ਦਾ ਵੀ ਜ਼ਿਕਰ ਗੁਰੂ ਮਹਾਰਾਜ ਨੇ ਕਰ ਦਿੱਤਾ ਹੈ। ਇੱਥੇ ਸਤਿਗੁਰੂ ਫਰਮਾਉਂਦੇ ਨੇ, ਸਾਵਨ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ। ਸਾਉਣ ਦੇ ਮਹੀਨੇ ਉਹ ਕਾਮਣੀ ਇਸਤਰੀ, ਸਰਸੀ ਦਾ ਅਰਥ ਬਹੁਤ ਪ੍ਰਸੰਨ ਹੁੰਦੀ ਹੈ, ਚਰਨ ਕਮਲ ਸਿਉ ਪਿਆਰ, ਜਿਸ ਦਾ ਪਤੀ ਦੇ ਚਰਨਾਂ ਕਮਲਾਂ ਦੇ ਨਾਲ ਪਿਆਰ ਹੁੰਦਾ। ਅਥਵਾ ਸਾਉਣ ਦੇ ਮਹੀਨੇ ਸ਼ੌਕ ਅਵਸਥਾ ਦੇ ਅੰਦਰ ਉਹ ਜੀਵ ਰੂਪ ਇਸਤਰੀ ਬੜੀ ਪ੍ਰਸੰਨ ਹੁੰਦੀ ਹੈ, ਜਿਸ ਦਾ ਪਤੀ ਪਰਮੇਸ਼ਰ ਦੇ ਨਾਮ ਰੂਪੀ ਚਰਨਾਂ ਕਮਲਾਂ ਦੇ ਨਾਲ ਪਿਆਰ ਹੋ ਜਾਂਦਾ ਹੈ। ਮਨ ਤਨ ਰਤਾ ਸਚ ਰੰਗ, ਇੱਕੋ ਨਾਮ ਆਧਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹਦਾ ਮਨ ਵੀ ਤੇ ਤਨ ਵੀ ਸੱਚੇ ਨਾਮ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ। ਇੱਕੋ ਨਾਮ ਆਧਾਰ ਤੇ ਇੱਕੋ ਉਸ ਨੂੰ ਨਾਮ ਦਾ ਹੀ ਆਸਰਾ ਪ੍ਰਾਪਤ ਹੋ ਜਾਂਦਾ ਹੈ। ਵਿਖਿਆ ਰੰਗ ਕੂੜਾ ਵਿਆ, ਦਿਸਨ ਸਭੇ ਛਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵਿਖਿਆ ਰੰਗ, ਵਿਖਿਆ ਦਾ ਅਰਥ ਹੈ ਮਾਇਆ। ਆ ਜਿੰਨੇ ਵੀ ਮਾਇਆ ਦੇ ਰੰਗ ਨੇ ਸਾਰੇ ਝੂਠੇ ਹੀ ਨੇ, ਤੇ ਜਿਹੜੇ ਗੁਰਮੁਖ ਹਨ ਦਿਸਨ ਸਭੇ ਛਾਰ, ਉਹਨਾਂ ਨੂੰ ਤੇ ਸਾਰੇ ਛਾਰ ਦਾ ਅਰਥ ਹੈ ਸੁਆ ਵਾਂਗੂ ਨਿਰਸ ਪ੍ਰਤੀਤ ਹੁੰਦੇ ਹਨ। ਹਰ ਅੰਮ੍ਰਿਤ ਬੂੰਦ ਸੁਹਾਵਣੀ, ਮਿਲ ਸਾਧੂ ਪੀਵਣ ਹਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਦੋਂ ਸਾਉਣ ਦਾ ਮਹੀਨਾ ਆਉਂਦਾ ਹੈ ਤੇ ਬੱਦਲ ਦੀਆਂ ਕਣੀਆਂ ਵਰਸਦੀਆਂ ਨੇ, ਇੱਕ ਉਹਨਾਂ ਦੇ ਵਿੱਚ ਸਵੰਤੀ ਬੂੰਦ ਵੀ ਹੁੰਦੀ ਜਿਹੜੀ ਬੜੀ ਸੁਹਾਵਣੀ ਹੁੰਦੀ ਹੈ। ਇਧਰ ਹਰ ਅੰਮ੍ਰਿਤ ਬੂੰਦ ਸੁਹਾਵਣੀ, ਜਿਹੜਾ ਵਾਹਿਗੁਰੂ ਦਾ ਅੰਮ੍ਰਿਤ ਰੂਪ ਨਾਮ ਹੈ, ਇਹ ਇੱਕ ਸੁਹਾਵਣੀ ਬੂੰਦ ਹੈ। ਮਿਲ ਸਾਧੂ ਪੀਵਣ ਹਾਰ, ਜਿਹੜੀਆਂ ਗੁਰਮੁਖ ਸਖੀਆਂ ਨੇ ਤੇ ਭਾਈਓ ਸਾਧੂ ਸਤਿਗੁਰੂ ਦੇ ਨਾਲ ਮਿਲ ਕੇ ਤੇ ਪੀਵਨ ਹਾਰ, ਪੀਵਨ ਵਾਲੀਆਂ ਹੋ ਕੇ ਉਸ ਨਾਮ ਦੀ ਅੰਮ੍ਰਿਤ ਬੂੰਦ ਨੂੰ ਪੀਂਦੀਆਂ ਨੇ। ਭਾਵ ਵਾਹਿਗੁਰੂ ਦਾ ਨਾਮ ਦੀਖਿਆ ਮੰਤਰ ਸਵੰਤੀ ਬੂੰਦ ਹੈ। ਤੇ ਜਿਹੜੇ ਗੁਰਸਿੱਖ ਜਗਿਆਸੂ ਨੇ, ਗੁਰੂ ਮਹਾਰਾਜ ਦੇ ਨਾਲ ਮਿਲ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਦੇ ਨੇ, ਤੇ ਜਿਹੜੀ ਸੁਹਾਵਣੀ ਨਾਮ ਦੀ ਸਵੰਤੀ ਬੂੰਦ ਹੈ ਤੇ ਉਸ ਨੂੰ ਵੀ ਨਾਲ ਹੀ ਗ੍ਰਹਿਣ ਕਰਦੇ ਹਨ। ਵਣ ਤਿਣ ਪ੍ਰਭ ਸੰਗ ਮੋਲਿਆ, ਸਮਰਥ ਪੁਰਖ ਅਪਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦੇ ਨਾਲ, ਵਣ ਦਾ ਅਰਥ ਹੈ ਜੰਗਲ ਤੇ ਤਿੰਨ ਦਾ ਅਰਥ ਹੈ ਕੱਖ, ਭਾਵ ਸਾਰੀ ਬਨਸਪਤੀ ਵੀ ਪ੍ਰਫੁੱਲਤ ਹੋ ਜਾਂਦੀ ਹੈ, ਹਰੀ ਭਰੀ ਹੋ ਜਾਂਦੀ ਹੈ। ਸਮਰੱਥ ਪੁਰਖ ਅਪਾਰ, ਉਹ ਵਾਹਿਗੁਰੂ ਪਰਮੇਸ਼ਰ ਸਰਵ ਸ਼ਕਤੀਮਾਨ ਤੇ ਪੁਰਖ ਵਿਆਪਕ ਸਰੂਪ ਤੇ ਅਪਾਰ ਪਾਰਾਵਾਰ ਤੋਂ ਰਹਿਤ ਹੈ। ਹਰ ਮਿਲਣੇ ਨੋ ਮਨ ਲੋਚਦਾ, ਕਰਮ ਮਿਲਾਵਣ ਹਾਰ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਗਿਆਸੂ ਮੁਖ ਦੁਆਰਾ ਹਰ ਮਿਲਣੇ ਨੂੰ ਮਨ ਲੋਚਦਾ, ਵੀ ਸਾਡਾ ਵੀ ਮਨ ਚਾਹੁੰਦਾ ਹੈ ਵਾਹਿਗੁਰੂ ਨੂੰ ਮਿਲਣ ਵਾਸਤੇ, ਕਰਮ ਮਿਲਾਵਣ ਹਾਰ, ਪਰ ਅਸੀਂ ਆਪਣੇ ਆਪ ਤਾਂ ਮਿਲ ਨਹੀਂ ਸਕਦੇ। ਕਰਮ ਦਾ ਅਰਥ ਹੈ ਗੁਰੂ ਦੀ ਬਖਸ਼ਿਸ਼, ਗੁਰੂ ਦੀ ਮਿਹਰ ਹੀ ਉਸ ਦੇ ਨਾਲ ਮਿਲਾਉਣ ਵਾਲੀ ਹੈ, ਕਿਉਂਕਿ ਗੁਰਮਤਿ ਦਾ ਸਿਧਾਂਤ ਗੁਰਪ੍ਰਸਾਦ ਦੇ ਉੱਤੇ ਟਿਕਿਆ ਹੋਇਆ। ਗੁਰੂ ਦੀ ਕਿਰਪਾ ਦੇ ਨਾਲ ਹੀ ਵਾਹਿਗੁਰੂ ਦੀ ਪ੍ਰਾਪਤੀ ਹੋ ਸਕਦੀ ਹੈ।
ਆਪਣੇ ਆਪ ਕੋਈ ਕਿੰਨੇ ਵੀ ਯਤਨ ਕਰ ਲਵੇ, ਕਿੰਨੇ ਚਲੀਸੇ ਕੱਢ ਲਵੇ, ਕਿੰਨੇ ਹੋਰ ਵੀ ਸਾਧਨ ਕਰ ਲਵੇ, ਪਰ ਰੱਬ ਨਹੀਂ ਮਿਲੇਗਾ। ਸਤਿਗੁਰੂ ਕਹਿੰਦੇ ਸਾਡਾ ਵੀ ਮਨ ਚਾਹੁੰਦਾ ਰੱਬ ਨੂੰ ਮਿਲ ਜਾਈਏ, ਪਰ ਕਰੋ ਮਿਲਾਵਣ ਹਾਰ। ਕਰਮ ਦਾ ਅਰਥ ਇੱਥੇ ਬਖਸ਼ਿਸ਼ ਹੀ ਕਰਨਾ, ਮਿਹਰ ਹੀ ਕਰਨਾ। ਤੇ ਕਈ ਵਿਦਵਾਨ ਕਹਿੰਦੇ ਕਰਮ ਦਾ ਅਰਥ ਵੀ ਭਾਗਾਂ ਦੇ ਨਾਲ, ਵੀ ਕਰਮਾਂ ਦੇ ਨਾਲ, ਕਰਮ ਹੀ ਉਸ ਨੂੰ ਮਿਲਾਉਂਦੇ ਨੇ। ਪਰ ਬਈ ਕਰਮ ਤਾਂ ਵਿਛੋੜਨ ਵਾਲੇ ਨੇ, ਕਿਰਤ ਕਰਮ ਕੇ ਵਿਛੜੇ। ਜਿਨ੍ਹਾਂ ਕਰਮਾਂ ਦੇ ਨਾਲ ਵਿਛੋੜਾ ਪਿਆ ਹੈ ਤੇ ਉਹਨਾਂ ਕਰਮਾਂ ਦੇ ਨਾਲ ਮਿਲਾਪ ਨਹੀਂ ਹੋ ਸਕਦਾ। ਮਿਲਾਪ ਮਿਹਰ ਦੇ ਨਾਲ ਹੀ ਹੁੰਦਾ। ਇਸ ਲਈ ਕਰਮ ਦਾ ਅਰਥ ਕਰਮ ਬਖਸ਼ੀ, ਮਿਹਰ, ਬਖਸ਼ਿਸ਼ ਸਮਝਣਾ ਵੀ ਵਾਹਿਗੁਰੂ ਨੂੰ ਮਿਲਣ ਵਾਸਤੇ ਸਾਡਾ ਮਨ ਚਾਹੁੰਦਾ ਹੈ। ਕਰਮ ਮਿਲਾਵਣ ਹਾਰ, ਵਾਹਿਗੁਰੂ ਦੀ ਬਖਸ਼ਿਸ਼ ਹੀ ਸਾਨੂੰ ਮਿਲਾਉਣ ਵਾਲੀ ਹੈ। ਜਿਨੀ ਸਖੀਏ ਪ੍ਰਭ ਪਾਇਆ, ਹਉ ਤਿਨ ਕੈ ਸਦ ਬਲਿਹਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਨ੍ਹਾਂ ਗੁਰਸਿੱਖ ਸੰਤਾਂ ਭਗਤਾਂ ਰੂਪ ਸਖੀਆਂ ਨੇ ਉਸ ਪਤੀ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਹੈ, ਹਉ ਤਿਨ ਕੈ ਸਦ ਬਲਿਹਾਰ। ਅਸੀਂ ਉਹਨਾਂ ਸੁਹਾਗਵੰਤੀਆਂ ਰੂਹਾਂ ਤੋਂ, ਉਹਨਾਂ ਬ੍ਰਹਮ ਗਿਆਨੀਆਂ ਤੋਂ ਅਸੀਂ ਹਮੇਸ਼ਾ ਲਈ ਬਲਿਹਾਰ ਜਾਂਦੇ ਹਾਂ। ਨਾਨਕ ਹਰਿ ਜੀ ਮਾਇਆ ਕਰ, ਸ਼ਬਦ ਸਵਾਰਣ ਹਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ ਤੁਸੀਂ ਸਾਡੇ ਤੇ ਮਿਹਰ ਕਰੋ। ਸ਼ਬਦ ਸਵਾਰਨ ਹਾਰ, ਤੁਸੀਂ ਗੁਰੂ ਕੇ ਸ਼ਬਦ ਦੁਆਰਾ ਜੀਵਨ ਨੂੰ ਸਵਾਰਨ ਵਾਲੇ ਹੋ, ਤੇ ਕਿਰਪਾ ਕਰੋ ਗੁਰਬਾਣੀ ਦੁਆਰਾ ਸਾਡਾ ਵੀ ਜੀਵਨ ਸਵਾਰ ਦਿਓ। ਸਾਵਣ ਤਿਨਾ ਸੁਹਾਗਣੀ, ਜਿਨ ਰਾਮ ਨਾਮ ਉਰਹਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹ ਜਿਹੜਾ ਸਾਵਣ ਦਾ ਮਹੀਨਾ ਹੈ ਉਹਨਾਂ ਸੁਹਾਗਵੰਤੀਆਂ ਲਈ ਇਹ ਬੜਾ ਆਨੰਦਦਾਇਕ ਹੁੰਦਾ ਹੈ। ਜਿਨ ਰਾਮ ਨਾਮ ਉਰਹਾਰ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦਾ ਹਾਰ ਆਪਣੇ ਹਿਰਦੇ ਵਿੱਚ, ਗਲ ਵਿੱਚ ਪਰੋ ਕੇ ਪਾ ਲਿਆ ਹੈ, ਉਹਨਾਂ ਲਈ ਇਹ ਸਾਉਣ ਦਾ ਮਹੀਨਾ ਬੜਾ ਹੀ ਆਨੰਦਮਈ ਹੁੰਦਾ ਹੈ। ਭਾਦਵੇ ਭਰਮ ਭੁਲਾਣੀਆਂ, ਦੂਜੈ ਲੱਗਾ ਹੇਤ। ਹੁਣ ਅੱਗੇ ਪੰਜਵਾਂ ਮਹੀਨਾ ਭਾਦਰੋਂ ਦਾ ਹੈ। ਹੁਣ ਭਾਦਰੋਂ ਦੇ ਮਹੀਨੇ ਦੁਆਰਾ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਪਦੇਸ਼ ਦਿੰਦੇ ਹਨ। ਇਹ 6ਵਾਂ ਮਹੀਨਾ ਭਾਦਰੋਂ ਦਾ। ਚੇਤ, ਵਿਸਾਖ, ਜੇਠ, ਹਾੜ, ਸਾਉਣ ਪੰਜਵਾਂ ਤੇ ਭਾਦਰੋਂ ਦਾ 6ਵਾਂ ਮਹੀਨਾ। ਭਾਦੋਏ ਪਰੋਂ ਭੁਲਾਣੀਆਂ, ਹਜ਼ੂਰ ਕਹਿੰਦੇ ਭਾਦੋਂ ਦੇ ਮਹੀਨੇ ਅੰਦਰ ਉਹ ਜੀਵ ਰੂਪ ਇਸਤਰੀਆਂ ਪਰੋਂ ਭੁਲਾਣੀਆਂ, ਭਰਮ ਦੇ ਵਿੱਚ ਹੀ ਉਹ ਭੁਲਾਈਆਂ ਰਹਿੰਦੀਆਂ ਨੇ, ਭਰਮ ਦੇ ਵਿੱਚ ਹੀ ਭੁੱਲੀਆਂ ਭਟਕਦੀਆਂ ਰਹਿੰਦੀਆਂ ਨੇ। ਦੂਜਾ ਲੱਗਾ ਹੈ, ਜਿਨ੍ਹਾਂ ਦਾ ਵਾਹਿਗੁਰੂ ਨੂੰ ਛੱਡ ਕੇ ਦੂਜੇ ਪਾਸੇ ਪ੍ਰੇਮ ਲੱਗਾ ਹੋਇਆ ਹੈ। ਲਖ ਸਿੰਗਾਰ ਬਣਾਇਆ, ਕਾਰਜ ਨਾਹੀ ਕੇਤ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹਨਾਂ ਜੀਵ ਰੂਪ ਇਸਤਰੀਆਂ ਨੇ ਭਾਵੇਂ ਲੱਖਾਂ ਹੀ ਸ਼ਿੰਗਾਰ ਬਣਾਏ ਹੋਣ, ਭਾਵ ਉਹਨਾਂ ਨੇ ਕਿੰਨਾ ਵੀ ਹਾਰ ਸ਼ਿੰਗਾਰ ਕੀਤਾ ਹੋਵੇ, ਕਾਰਜ ਨਾਹੀ ਕੇਤ, ਪਰ ਉਹ ਕੇਤ ਦਾ ਅਰਥ ਹੈ ਕਿਸੇ ਵੀ ਕੰਮ ਨਹੀਂ ਆਉਂਦਾ। ਕਿਉਂਕਿ ਜਦੋਂ ਪਰਮੇਸ਼ਰ ਪਤੀ ਨਾਲ ਪਿਆਰ ਹੀ ਨਹੀਂ, ਤੇ ਜਿੰਨੇ ਮਰਜ਼ੀ ਤੁਸੀਂ ਸਾਧਨਾ ਦੇ ਸ਼ਿੰਗਾਰ ਕਰ ਲਵੋ, ਤੇ ਜਿੰਨੇ ਮਰਜ਼ੀ ਤਿਲਕ ਮਾਲਾ ਆਦਿਕ ਹੋਰ ਛਾਪੇ ਲਾ ਲਵੋ, ਪਰ ਜੇ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਤੇ ਸ਼ਿੰਗਾਰ ਕਿਸੇ ਕੰਮ ਦਾ ਨਹੀਂ ਹੈ। ਜਿਤ ਦਿਨ ਦੇਹ ਬਿਨਸੀ, ਤਿਤ ਵੇਲੇ ਕਹਿ ਸਨ ਪ੍ਰੇਤ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਦਿਨ ਸਾਡੀ ਇਹ ਦੇਹ ਨਾਸ਼ ਹੋ ਜਾਵੇਗੀ ਤੇ ਸਾਡੀ ਜਿਹੜੀ ਜੀਵ ਆਤਮਾ ਹੈ, ਪੌਰ ਹੈ, ਉਹ ਉਡਾਰੀ ਮਾਰ ਜਾਵੇਗਾ, ਤਤ ਵੇਲੇ ਕਹਿ ਸਨ ਪ੍ਰੇਤ। ਉਸ ਵੇਲੇ ਸਾਰੇ ਹੀ ਸਾਨੂੰ ਕਹਿਣਗੇ ਵੀ ਉਹ ਤੇ ਪ੍ਰੇਤ ਬਣ ਗਿਆ, ਉਹ ਤੇ ਪ੍ਰੇਤ ਬਣ ਗਿਆ, ਉਹ ਤੇ ਭੂਤ ਬਣ ਗਿਆ। ਜਦੋਂ ਵੀ ਕੋਈ ਮਨੁੱਖ ਇਹ ਸਰੀਰ ਛੱਡ ਦਿੰਦਾ ਹੈ ਤੇ ਉਸ ਵੇਲੇ ਆਮ ਲੋਕੀ ਉਸ ਨੂੰ ਪ੍ਰੇਤ ਕਹਿਣ ਲੱਗ ਜਾਂਦੇ ਨੇ। ਜੇ ਕੋਈ ਮਰ ਕੇ ਕਿਸੇ ਨੂੰ ਦਿਖਾਈ ਦੇਵੇ ਨਾ, ਕਹਿੰਦੇ ਮੈਨੂੰ ਤੇ ਉਹ ਪ੍ਰੇਤ ਬਣ ਕੇ ਦਿਖਾਈ ਦੇ ਰਿਹਾ ਹੈ, ਉਹਨੂੰ ਪ੍ਰੇਤ ਹੀ ਕਹਿੰਦੇ ਨੇ ਜੇ ਮਰ ਕੇ ਕੋਈ ਦਿਸੇ ਤਾਂ। ਪਰ ਹਜ਼ੂਰ ਕਹਿੰਦੇ ਨੇ, ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀਏ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਬਈ ਜਿਹੜੇ ਸਾਖ ਸੰਬੰਧੀ ਨੇ ਉਹ ਵੀ ਉਸ ਨੂੰ ਪ੍ਰੇਤ ਪ੍ਰੇਤ ਕਹਿਣ ਲੱਗ ਜਾਂਦੇ ਹਨ। ਪਕੜ ਚਲਾਇਨ ਦੂਤ ਜਮ, ਕਿਸੈ ਨ ਦੇਨੀ ਭੇਤ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਦੋਂ ਅੰਤ ਦਾ ਸਮਾਂ ਆਉਂਦਾ ਹੈ, ਜਮਦੂਤ ਜੀਵ ਆਤਮਾ ਨੂੰ ਪਕੜ ਕੇ ਅੱਗੇ ਤੋਰ ਲੈਂਦੇ ਨੇ।
ਤੇ ਕਿਸੇ ਨਾ ਦੇਣੀ ਪੇ ਤੋਂ ਕਿਸੇ ਨੂੰ ਭੇਤ ਨਹੀਂ ਦਿੰਦੇ ਵੀ ਉਹਨੂੰ ਕਿੱਥੇ ਲੈ ਕੇ ਜਾਣਾ ਹੈ। ਛੱਡ ਖੜੋ ਤੇ ਖਿਨੈ ਮਾਹੇ ਜਿਨ ਸਿਉ ਲਗਾ ਹੇਤ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਦੇ ਨਾਲ ਸਾਡਾ ਬੜਾ ਪ੍ਰੇਮ ਲੱਗਿਆ ਹੁੰਦਾ ਹੈ, ਸਾਡੇ ਪਰਿਵਾਰ ਦੇ ਮੈਂਬਰ ਵੀ, ਧੀਆਂ ਪੁੱਤਰ ਵੀ, ਭੈਣ ਭਰਾ ਵੀ, ਸਾਡੇ ਰਿਸ਼ਤੇਦਾਰ ਵੀ, ਸਾਡੇ ਸਾਕ ਸੰਬੰਧੀ ਵੀ, ਸਾਡੇ ਮਿੱਤਰ ਦੋਸਤ ਵੀ, ਛੱਡ ਖੜੋਤੇ ਖਿਨੈ ਮਾਹੇ, ਇਹ ਖਿਨ ਦੇ ਵਿੱਚ ਵੀ ਛੱਡ ਕੇ ਪਰੇ ਜਾ ਖੜੋਂਦੇ ਨੇ। ਕਹਿੰਦੇ ਲੈ ਵੀ ਇਹ ਤੇ ਹੁਣ ਖਤਮ ਹੋ ਗਿਆ, ਤੇ ਸਾਰੇ ਛੱਡ ਕੇ ਪਰੇ ਦੂਰ ਜਾ ਖੜੋਂਦੇ ਹਨ। ਹੱਥ ਮਰੋੜੇ ਤਨ ਕਪੇ ਸਿਆਹੋ ਆਸੇਤ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਦੋਂ ਤਨ ਕਪੇ, ਜਦੋਂ ਜਮਦੂਤ ਆ ਕੇ ਵੀ ਇਸ ਤਨ ਨੂੰ ਕੱਟਦੇ ਨੇ, ਕਿਉਂਕਿ ਸਰੀਰ ਖੇਤ ਹੈ, ਇਹਦੇ ਵਿੱਚ ਜਿਹੜੀ ਜਿੰਦ ਜਾਨ ਹੈ ਉਹ ਜਿਵੇਂ ਕੋਈ ਫਸਲ ਹੁੰਦੀ ਹੈ ਨਾ, ਤੇ ਉਹਨੂੰ ਆ ਕੇ ਲਾਵੇ ਕੱਟਦੇ ਨੇ। ਇਸੇ ਤਰ੍ਹਾਂ ਜਿਹੜੇ ਜਮਦੂਤ ਲਾਵੇ ਨੇ ਸਾਡੇ ਇਸ ਸਰੀਰ ਰੂਪੀ ਖੇਤ ਵਿੱਚੋਂ, ਤੇ ਜਦੋਂ ਸਾਡੀ ਸੂਖਸ਼ਮ ਸਰੀਰ ਦੀ ਖੇਤੀ ਨੂੰ ਕੱਟਦੇ ਨੇ, ਭਾਵ ਸਾਡੀ ਜਿੰਦ ਜਾਨ ਨੂੰ ਕੱਢਦੇ ਨੇ, ਹੱਥ ਮਰੋੜਾ, ਉਸ ਵੇਲੇ ਜੀਵ ਹੱਥ ਮਰੋੜਦਾ ਹੈ, ਕੁੰਡ ਮੁੜ ਜਾਂਦੇ ਨੇ। ਸਿਆਹੋਂ ਹੋਆ ਸੇਤ, ਪਹਿਲਾਂ ਤੇ ਖੂਨ ਦਾ ਰੰਗ ਸਿਆਹੋਂ ਦਾ ਅਰਥ ਕਾਲਾ ਹੁੰਦਾ, ਤੇ ਫਿਰ ਜਦੋਂ ਅੰਨ ਦਾ ਸਮਾਂ ਆਉਂਦਾ ਹੈ ਤੇ ਐਨ ਸੇਤ ਦਾ ਅਰਥ ਬੱਗਾ ਫੂਸ ਹੋ ਜਾਂਦਾ। ਕਹਿੰਦੇ ਹੁਣ ਤੇ ਖੂਨ ਵੀ ਪਾਣੀ ਬਣ ਗਿਆ। ਸਿਆਹੋਂ ਹੋਆ ਸੇਤ ਦਾ ਅਰਥ ਹੈ ਵੀ ਜਿਹੜਾ ਬਲੱਡ ਦਾ ਖੂਨ ਦਾ ਰੰਗ ਹੈ ਪਹਿਲਾਂ ਤੇ ਕਾਲਾ ਹੁੰਦਾ ਤੇ ਉਹ ਵੀ ਚਿੱਟਾ ਸਿਆਹ ਹੋ ਜਾਂਦਾ ਹੈ। ਜਿਹਾ ਬੀਜੈ ਸੋ ਲੁਣੈ ਕਰਮਾ ਸੰਧੜਾ ਖੇਤ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜਾ ਜੀਵ ਹੈ ਇਹ ਕਰਮਾ ਸੰਧੜਾ ਖੇਤ, ਇਹਨੂੰ ਕਰਮਾਂ ਦਾ ਖੇਤ ਤੇ ਸਰੀਰ ਮਿਲਿਆ ਹੋਇਆ, ਇਹਦੇ ਵਿੱਚ ਜਿਹੋ ਜਿਹਾ ਪੁੰਨ ਪਾਪ ਦਾ ਬੀਜ ਬੀਜਦਾ ਹੈ ਸੋ ਲੁਣਾ ਉਹ ਜਿਹਾ ਹੀ ਪਾਈ ਫਲ ਦੁੱਖ ਤੇ ਸੁਖ ਦਾ ਕੱਟਦਾ ਹੈ। ਨਾਨਕ ਪ੍ਰਭ ਸ਼ਰਣਾਗਤੀ ਚਰਨ ਬੋਹਿਥ ਪ੍ਰਭ ਦੇਤ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਜੀਵ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਚਲਿਆ ਜਾਂਦਾ ਹੈ, ਚਰਨ ਬੋਹਿਥ ਪ੍ਰਭ ਦੇਤ। ਅਕਾਲ ਪੁਰਖ ਵਾਹਿਗੁਰੂ, ਉਹਨੂੰ ਚਰਨ ਦਾ ਅਰਥ ਹੈ ਨਾਮ ਰੂਪੀ ਚਰਨਾਂ ਦਾ ਬੋਹਿਤ ਜਹਾਜ਼ ਬਖਸ਼ਿਸ਼ ਕਰ ਦਿੰਦਾ ਹੈ। ਜਿਹੜਾ ਵਾਹਿਗੁਰੂ ਦੀ ਸ਼ਰਨ ਵਿੱਚ ਚਲਿਆ ਜਾਵੇ ਤੇ ਅਕਾਲ ਪੁਰਖ ਵਾਹਿਗੁਰੂ ਉਹਨੂੰ ਆਪਣੇ ਨਾਮ ਰੂਪੀ ਚਰਨਾਂ ਦਾ ਜਹਾਜ਼, ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਮ ਦੇ ਗੁਰ ਪਾਰ ਉਤਾਰਨ ਹਾਰ, ਉਹ ਵਾਹਿਗੁਰੂ ਨਾਮ ਦਾ ਜਹਾਜ਼ ਦੇ ਦਿੰਦਾ ਹੈ। ਪਾਦ ਨਰਕ ਨ ਪਾਈ ਹੈ ਗੁਰ ਰੱਖਣ ਵਾਲਾ ਹੇਤ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਫਿਰ ਉਹ ਭਾਦਰੋਂ ਦੇ ਮਹੀਨੇ ਵਿੱਚ ਉਹਨਾਂ ਨੂੰ ਨਰਕਾਂ ਦੇ ਵਿੱਚ ਨਹੀਂ ਪਾਇਆ ਜਾਂਦਾ। ਜਿਹੜੇ ਵਾਹਿਗੁਰੂ ਦੀ ਸ਼ਰਨ ਵਿੱਚ ਚਲੇ ਜਾਂਦੇ ਨੇ ਤੇ ਉਹਨਾਂ ਨੂੰ ਫਿਰ ਨਰਕਾਂ ਦੇ ਵਿੱਚ ਨਹੀਂ ਪਾਇਆ ਜਾਂਦਾ। ਕਿਉਂ? ਗੁਰ ਰੱਖਣ ਵਾਲਾ ਹੇਤ, ਵੀ ਜਿਹੜਾ ਗੁਰੂ ਦਾ ਪ੍ਰੇਮ ਹੈ ਉਹੀ ਉਹਨਾਂ ਦਾ ਰਖਵਾਲਾ ਬਣ ਜਾਂਦਾ। ਇਸ ਲਈ ਗੁਰੂ ਦੇ ਨਾਲ ਜਿਹੜਾ ਪ੍ਰੇਮ ਕਰਨਾ ਹੈ ਔਰ ਉਹਦੇ ਨਾਲ ਪਰਲੋਕ ਵਿੱਚ ਵੀ ਸਹਾਇਤਾ ਹੁੰਦੀ ਹੈ। ਗੁਰੂ ਦਾ ਪ੍ਰੇਮ ਹੀ ਭਾਈ ਉਹ ਰੱਖਣ ਵਾਲਾ ਹੁੰਦਾ ਹੈ, ਅਥਵਾ ਗੁਰ ਰੱਖਣ ਵਾਲਾ, ਵੀ ਗੁਰੂ ਹੀ ਉਹਨਾਂ ਨੂੰ ਰੱਖਣ ਵਾਲਾ ਹੁੰਦਾ ਹੈ ਹੇਤ। ਇਸ ਲਈ ਗੁਰੂ ਦੇ ਨਾਲ ਪ੍ਰੇਮ ਕਰਨਾ ਚਾਹੀਦਾ, ਕਿਉਂਕਿ ਜਿਹੜਾ ਗੁਰੂ ਦੇ ਨਾਲ ਪ੍ਰੇਮ ਕਰਦਾ ਹੈ ਗੁਰੂ ਮਹਾਰਾਜ ਉਹਦੀ ਲੋਕ ਤੇ ਪਰਲੋਕ ਵਿੱਚ ਰੱਖਿਆ ਕਰਦੇ ਨੇ। ਅਥਵਾ ਹੇਤ ਦਾ ਅਰਥ ਹੈ ਗੁਰ ਰੱਖਣ ਵਾਲਾ ਹੇਤ, ਵੀ ਇਹ ਕਾਰਨ ਹੈ ਵੀ ਉਹਨਾਂ ਨੂੰ ਨਰਕਾਂ ਵਿੱਚ ਇਸ ਲਈ ਨਹੀਂ ਪਾਇਆ ਜਾਂਦਾ। ਇਹ ਕਾਰਨ ਹੈ ਵੀ ਗੁਰੂ ਉਹਨਾਂ ਦਾ ਰਖਵਾਲਾ ਹੁੰਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ 12ਵਾਂ ਬਾਣੀ ਦੁਆਰਾ ਪਾਵਨ ਪਵਿੱਤਰ ਉਪਦੇਸ਼ ਬਖਸ਼ੇ ਨੇ। ਔਰ ਇੱਥੇ 7 ਪੌੜੀਆਂ ਦੀ ਕਥਾ ਹੋਈ ਹੈ ਤੇ 6 ਮਹੀਨਿਆਂ ਦੀ ਵਿਚਾਰ ਹੋ ਚੁੱਕੀ ਹੈ। ਔਰ ਇੱਥੇ ਆ ਕੇ 12ਵਾਂ ਬਾਣੀ ਦਾ ਮੱਧ ਲੱਗਿਆ ਹੈ, ਕਿਉਂਕਿ ਇਸ ਬਾਣੀ ਦੀਆਂ 14 ਪੌੜੀਆਂ ਨੇ ਤੇ 7 ਪੌੜੀਆਂ ਦੀ ਕਥਾ ਹੋਈ ਹੈ ਤੇ ਅੱਗੇ 8ਵੀਂ ਪੌੜੀ ਦੀ ਕਥਾ ਆਰੰਭ ਹੋਵੇਗੀ ਤੇ 14 ਪੌੜੀਆਂ ਤੇ ਜਾ ਕੇ ਸਮਾਪਤੀ ਹੁੰਦੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ, ਜੋ ਪਾਵਨ ਬਾਣੀ ਦੁਆਰਾ ਉਪਦੇਸ਼ ਮਿਲੇ ਨੇ ਆਪਾਂ ਸੁਣਿਆ, ਇਹਨਾਂ ਨੂੰ ਮਨ ਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਨਾਨਕ ਪ੍ਰਭ ਸ਼ਰਣਾਗਤੀ
ਚਾਰਣ ਬੋਹਿਥ ਪ੍ਰਭ ਦੇਤ, ਸੇ ਪਾਦੁਏ ਨਰਕ ਨ ਪਾਈ ਹੈ, ਗੁਰ ਰਖਣ ਵਾਲਾ ਹੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।